ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮੁ ਅਲੈਕਮ। ਜੀ ਆਇਆਂ ਨੂੰ ਰੈਕਸ ਕਿਚਨ ਵਿੱਚ ਸਾਰੇ ਦੋਸਤਾਂ ਨੂੰ ਖੁਸ਼ ਆਮਦੀਦ। ਰੈਕਸ ਕਿਚਨ ਵਿੱਚ ਅੱਜ ਮੈਂ ਲੈ ਕੇ ਆਇਆ ਵਾਂ ਗੋਭੀ ਦੇ ਪਕੌੜੇ। ਚਿਕਨ ਦੇ ਪਕੌੜੇ ਤੁਸੀਂ ਅਕਸਰ ਬਣਾਏ ਹੋਣਗੇ, ਆਲੂ ਪਾਲਕ ਦੇ ਪਕੌੜੇ ਵੀ ਅਕਸਰ ਬਣਾਏ ਜਾਂਦੇ ਆ, ਲੇਕਿਨ ਗੋਭੀ ਦੇ ਪਕੌੜੇ ਬਹੁਤ ਘੱਟ ਬਣਾਏ ਜਾਂਦੇ ਆ। ਮੈਂ ਅੱਜ ਰੈਸਪੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਉਹ ਗੋਭੀ ਦੇ ਪਕੌੜੇ ਬਣਾਉਣ ਦੀ ਹੈ। ਰੈਸਪੀ ਬਹੁਤ ਆਸਾਨ ਵੀ ਹੈ ਅਤੇ ਬੜੀ ਮੁਖਤਲਿਫ ਵੀ ਹੈ, ਤੁਹਾਨੂੰ ਯਕੀਨਨ ਪਸੰਦ ਆਏਗੀ। ਸਭ ਤੋਂ ਪਹਿਲੇ ਗੋਭੀ ਲੈ ਕੇ ਅਤੇ ਉਸ 'ਤੇ ਛੋਟੇ ਛੋਟੇ ਫੁੱਲ ਬਣਾ ਲੈਣੇ, ਕੱਟ ਲੈਣੀ ਹੈ ਗੋਭੀ। ਕੱਟ ਕੇ ਅਤੇ ਉਹਨਾਂ ਨੂੰ ਅੱਛੀ ਤਰ੍ਹਾਂ ਧੋ ਲੈਣਾ। ਉਸ ਤੋਂ ਬਾਅਦ ਅਸੀਂ ਉਹਨੂੰ ਬੋਇਲ ਕਰਨਾ ਹੈ। ਬਰਤਨ 'ਚ ਪਾਣੀ ਪਾ ਲਵੋ ਅਤੇ ਕੱਟੀ ਹੋਈ ਗੋਭੀ ਸਾਰੀ ਵਿੱਚ ਪਾ ਕੇ 1 ਚਮਚ ਨਮਕ ਦਾ ਪਾ ਲਓ ਅਤੇ ਉਹਨੂੰ ਬੋਇਲ ਕਰੋ। ਬੋਇਲ ਬਹੁਤ ਜ਼ਿਆਦਾ ਨਹੀਂ ਕਰਨਾ, ਤਕਰੀਬਨ 50-60% ਬੋਇਲ ਕਰਨਾ। ਪੰਜ 4 ਮਿੰਟ 'ਚ ਇਨਸ਼ਾਅੱਲਾ ਹੋ ਜਾਏਗੀ। ਜਦੋਂ ਗੋਭੀ ਬੋਇਲ ਹੋ ਜਾਏ ਤਾਂ ਇਹਨੂੰ ਅਲੱਗ ਬਰਤਨ 'ਚ ਕੱਢ ਲਓ। ਅਲੱਗ ਬਰਤਨ 'ਚ ਪਾ ਕੇ ਇਹਨੂੰ ਠੰਡਾ ਹੋਣ ਵਾਸਤੇ ਰੱਖ ਦਿਓ। ਜਦੋਂ ਬੋਇਲ ਕੀਤੀ ਹੋਈ ਗੋਭੀ ਠੰਡੀ ਹੋ ਜਾਏ ਅਤੇ ਫਿਰ ਅਸੀਂ ਇਹਦੇ ਵਿੱਚ ਮਸਾਲੇ ਪਾਵਾਂਗੇ। ਸਭ ਤੋਂ ਪਹਿਲੇ 200 ਗ੍ਰਾਮ ਬੇਸਨ ਪਾਉਣਾ, ਉਸ ਤੋਂ ਬਾਅਦ 1.5 ਚਮਚ ਲਾਲ ਮਿਰਚ ਦਾ, ਅੱਧੀ ਚਮਚ ਹਲਦੀ ਦਾ, 1 ਚਮਚ ਧਨੀਆ ਪਾਊਡਰ, 1 ਚਮਚ ਜ਼ੀਰਾ ਪਾਊਡਰ ਦਾ, 1 ਚਮਚ ਗਰਮ ਮਸਾਲੇ ਦਾ ਅਤੇ 1 ਚਮਚ ਹਰੀ ਮਿਰਚ ਦਾ ਪੇਸਟ, ਅਤੇ ਥੋੜ੍ਹਾ ਜਿਹਾ ਹਰਾ ਧਨੀਆ ਪਾ ਲਓ, ਨਾਲ 1 ਚਮਚ ਨਮਕ ਦਾ ਪਾ ਲਓ। ਇਹ ਸਾਰੇ ਮਸਾਲੇ ਪਾ ਕੇ ਅੱਛੀ ਤਰ੍ਹਾਂ ਹੱਲ ਕਰ ਲਓ। ਥੋੜ੍ਹਾ ਜਿਹਾ ਪਾਣੀ ਸ਼ਾਮਿਲ ਕਰ ਲੈਣਾ ਤਾਂ ਕਿ ਬੇਸਨ ਨਰਮ ਹੋ ਜਾਏ, ਗਿੱਲਾ ਹੋ ਜਾਏ ਤਾਂ ਮਸਾਲਾ ਔਰ ਬੇਸਨ ਅੱਛੀ ਤਰ੍ਹਾਂ ਗੋਭੀ ਨਾਲ ਚਿਮੜ ਜਾਏ। ਸਾਰੇ ਮਸਾਲੇ ਹੱਲ ਹੋ ਗਏ। ਹੁਣ ਅਸੀਂ ਇਹਨੂੰ ਫਰਾਈ ਕਰਾਂਗੇ। ਬਰਤਨ 'ਚ ਆਇਲ ਪਾ ਕੇ ਇੱਕ ਇੱਕ ਕਰਕੇ ਗੋਭੀ ਦੇ ਫੁੱਲ ਸਾਰੇ ਫਰਾਈ ਕਰ ਲਓ। ਗੋਭੀ ਇੱਕੋ ਦਫਾ ਸਾਰੀ ਨਹੀਂ ਪਾਣੀ, ਇੱਕ ਇੱਕ ਕਰਕੇ ਫੁੱਲ ਪਾਣੇ ਤਾਂ ਕਿ ਇੱਕ ਜਗ੍ਹਾ 'ਤੇ ਇਕੱਠੇ ਨਾ ਹੋ ਜਾਣ। ਹਲਕੀ ਅੱਗ 'ਤੇ ਇਹਨੂੰ ਫਰਾਈ ਕਰੋ, ਜ਼ਿਆਦਾ ਵੀ ਫਰਾਈ ਨਹੀਂ ਕਰਨਾ, ਬਸ 5-4 ਮਿੰਟ 'ਚ ਇਨਸ਼ਾਅੱਲਾ ਸਾਡੇ ਪਕੌੜੇ ਜਿਹੜੇ ਆ ਉਹ ਫਰਾਈ ਹੋ ਜਾਣਗੇ। ਜਿਨ੍ਹਾਂ ਦੋਸਤਾਂ ਨੇ ਮੇਰੇ ਚੈਨਲ ਨੂੰ ਹਾਲੇ ਸਬਸਕ੍ਰਾਈਬ ਨਹੀਂ ਕੀਤਾ ਅਤੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ।
साढ़े पकौड़े फ्राई हो गए, बहुत अच्छे बने, बड़े मज़ेदार है, बड़े खस्ता है। उम्मीद है तुहानू मेरी वीडियो अच्छी लगी होगी तो तुसीं इहनूं जरूर घर च ट्राई करना। वीडियो पूरी देखने का बहुत शुक्रिया। अस्सलाम वालेकुम।